ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਜੋ ਨੈਕਸਟ ਆਪਣਾ ਟੌਪਿਕ ਕਰਾਂਗੇ ਉਹ ਕੈਮਿਸਟਰੀ ਦਾ ਹੋਏਗਾ, ਜੋ ਮਾਸਟਰ ਕੈਡਰ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਰਹੇਗਾ ਤੁਹਾਡੇ ਲਈ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ, ਅੱਜ ਦਾ ਟੌਪਿਕ ਹੋਏਗਾ ਪੀ ਬਲੌਕ। ਇਹ ਤੁਹਾਡਾ ਪਾਰਟ 1 ਰਹੇਗਾ। ਕਾਫੀ ਸਾਰੇ ਪਾਰਟਸ ਦੇ ਵਿੱਚ ਕਰਾਂਗੇ ਕਿਉਂਕਿ ਜੋ ਪੀ ਬਲੌਕ ਹੈ ਕਾਫੀ ਲੈਂਥੀ ਜੋ ਟੌਪਿਕ ਹੈ, ਚੈਪਟਰ ਹੈ ਔਰ ਇੰਪੋਰਟੈਂਟ ਵੀ ਹੈ। ਸੋ ਆਪਣੇ ਕਨਸੈਪਟਸ ਨਾਲ ਨਾਲ ਕਲੀਅਰ ਕਰਦੇ ਰਹੀਓ। ਅਗਰ ਡਾਊਟ ਹੋਇਆ ਤੇ ਨਾਲ ਦੀ ਨਾਲ ਪੁੱਛਦੇ ਰਹੀਓ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ, ਦੇਖੋ ਇਹ ਆਪਣਾ ਕੀ ਹੈ, ਪੀਰੀਓਡਿਕ ਟੇਬਲ ਹੈ। ਪੀਰੀਓਡਿਕ ਟੇਬਲ ਦੇ ਵਿੱਚ ਕੀ ਹੈ, ਗਰੁੱਪ ਹੁੰਦੇ ਆ। ਮੀਨਸ ਬਲੌਕ ਆ ਐਸ ਬਲੌਕ ਹੈ, ਆਪਣਾ ਉੱਪਰ ਵਾਲਾ ਐਸ ਬਲੌਕ ਹੈ। ਮੈਂ ਇੱਥੇ ਅਗਰ ਕਲਰ ਕਰੀਏ ਆਪਾਂ, ਇਹ ਸਾਰਾ ਕੀ ਹੈ ਤੁਹਾਡਾ ਐਸ ਬਲੌਕ। ਨੈਕਸਟ ਅਗਰ ਆਪਾਂ ਗੱਲ ਕਰੀਏ, ਸੈਕਿੰਡ ਹੈ ਆਪਣੇ ਕੋਲ ਪੀ ਬਲੌਕ। ਇਸ ਨੂੰ ਆਪਾਂ ਕੀ ਬੋਲਦੇ ਹਾਂ, ਪੀ ਬਲੌਕ। ਬਰੌਨ ਫੈਮਿਲੀ ਤੋਂ ਲੈ ਕੇ ਜੋ ਲਾਸਟ ਨਿਓਨ ਤੱਕ ਅਗਰ ਆਪਾਂ ਗੱਲ ਕਰੀਏ ਗਰੁੱਪਸ ਦੇ ਵਿੱਚ, ਇਹ ਆਪਣੇ ਕੋਲ ਕੀ ਹੈ, ਪੀ ਬਲੌਕ। ਸੈਂਟਰ ਦੇ ਵਿੱਚ ਆਪਾਂ ਨੂੰ ਪਤਾ ਆਪਣੇ ਕੋਲ ਕੀ ਹੈ, ਡੀ ਬਲੌਕ। ਐਂਡ ਨੀਚੇ ਆਪਣੇ ਕੋਲ ਕੀ ਹੈ, ਐਫ ਬਲੌਕ। ਚਾਰ ਬਲੌਕਸ ਹੁੰਦੇ ਆ, ਇੰਪੋਰਟੈਂਟ ਬਲੌਕਸ ਹੈ। ਦੇਖੋ ਇਹ ਆਪਣੇ ਕੋਲ ਕੀ ਹੈ, ਪੀ ਬਲੌਕ। ਆਪਾਂ ਨੇ ਅੱਜ ਗੱਲ ਕਿਸ ਦੀ ਕਰਨੀ ਹੈ, ਪੀ ਬਲੌਕ ਦੀ। ਸੋ ਮੈਨੂੰ ਲੱਗਿਆ ਤੁਹਾਨੂੰ ਇੱਕ ਵਾਰ ਦਿਖਾਣਾ ਚਾਹੀਦਾ ਪੀਰੀਓਡਿਕ ਟੇਬਲ ਦੇ ਵਿੱਚ। ਆਪਣੇ ਕੋਲ ਅਗਰ ਆਪਾਂ ਗੱਲ ਕਰੀਏ, ਇਹ ਕੀ ਹੈ ਆਪਣੇ ਕੋਲ, ਗਰੁੱਪ 13 ਬਰੌਨ ਫੈਮਿਲੀ ਬੋਲਦੇ ਆ। ਗਰੁੱਪ 14 ਕਾਰਬਨ ਫੈਮਿਲੀ। 15 ਸਿਮਿਲਰਲੀ 16 17 ਹੈਲੋਜਨਸ। 18 ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਨੋਬਲ ਗੈਸਿਸ। ਇਸ ਵੇ ਦੇ ਨਾਲ 13 ਟੂ 18 ਆਪਣੇ ਕੋਲ ਕਿਸ ਦੇ ਵਿੱਚ ਆ ਜਾਂਦੇ ਨੇ, ਪੀ ਬਲੌਕ ਦੇ ਵਿੱਚ ਐਲੀਮੈਂਟਸ ਆ ਜਾਂਦੇ ਆ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ, ਦੇਖੋ ਇਹਨਾਂ ਨੂੰ ਹੁਣ ਆਪਾਂ ਡਿਸਕਸ ਕਰਾਂਗੇ ਹਰ ਐਲੀਮੈਂਟ ਨੂੰ। ਮੀਨਸ ਕਿਸ ਦੇ ਅਕੋਰਡਿੰਗ, ਗਰੁੱਪਸ ਦੇ ਅਕੋਰਡਿੰਗ ਆਪਾਂ ਕੀ ਕਰਾਂਗੇ, ਇਹਨਾਂ ਦੀ ਡਿਸਕਸ਼ਨ ਕਰਾਂਗੇ। ਕਲੀਅਰ ਹੈ ਤੁਹਾਨੂੰ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ 13 ਗਰੁੱਪ ਤੋਂ, ਉਸ ਤੋਂ ਪਹਿਲਾਂ ਪੀ ਬਲੌਕ ਦੀਆਂ ਕੁਝ ਪ੍ਰੋਪਰਟੀਜ਼ ਨੂੰ ਡਿਸਕਸ ਕਰ ਲੈਂਦੇ ਹਾਂ। ਦੇਖੋ ਅਗਰ ਮੈਂ ਗੱਲ ਕਰਾਂ ਪੀ ਬਲੌਕ ਦੀ, ਪੀ ਬਲੌਕ ਦੇ ਵਿੱਚ ਕਿੱਥੇ ਤੋਂ ਕਿੱਥੇ ਤੱਕ ਐਲੀਮੈਂਟ ਆ ਜਾਂਦੇ ਆ, ਗਰੁੱਪ ਆ ਜਾਂਦੇ 13 ਟੂ 18 ਗਰੁੱਪ ਆ ਜਾਂਦੇ ਆ। 13 ਟੂ 18 ਗਰੁੱਪ ਆ ਜਾਂਦੇ ਆ। ਇਸ ਤੋਂ ਇਲਾਵਾ ਜੋ ਪੀ ਬਲੌਕ ਹੈ, ਇਸ ਦੇ ਵਿੱਚ ਮੈਟਲਸ ਵੀ ਹੁੰਦੇ ਆ, ਨੌਨ ਮੈਟਲ ਵੀ ਪ੍ਰੈਜ਼ੈਂਟ ਹੁੰਦੇ ਆ, ਐਂਡ ਮੈਟਲੋਇਡਸ ਵੀ। ਤਿੰਨੇ ਕੀ ਹੁੰਦੇ ਨੇ, ਪ੍ਰੈਜ਼ੈਂਟ ਹੁੰਦੇ ਆ ਇਸ ਦੇ ਵਿੱਚ। ਮੈਟਲ ਪ੍ਰੈਜ਼ੈਂਟ ਹੈ, ਨੌਨ ਮੈਟਲ ਪ੍ਰੈਜ਼ੈਂਟ ਐਂਡ ਮੈਟਲੋਇਡ। ਮੈਟਲੋਇਡ ਕੀ ਹੁੰਦੇ ਆ, ਜਿਨ੍ਹਾਂ ਦੀ ਪ੍ਰੋਪਰਟੀਜ਼ ਕੀ ਹੋਣ, ਮੈਟਲਸ ਵਾਲੀਆਂ ਵੀ ਸ਼ੋ ਕਰਨ ਐਂਡ ਨੌਨ ਮੈਟਲਸ ਵਾਲੀਆਂ ਵੀ ਸ਼ੋ ਕਰਨ। ਮਤਲਬ ਦੋਨੇ ਤਰ੍ਹਾਂ ਦੀ ਜਦੋਂ ਪ੍ਰੋਪਰਟੀਜ਼ ਨੂੰ ਸ਼ੋ ਕਰਦੇ ਆ, ਉਸ ਨੂੰ ਕੀ ਕਹਿ ਦਿੰਦੇ ਆ, ਮੈਟਲੋਇਡਸ ਕਹਿ ਦਿੰਦੇ ਆ। ਕਲੀਅਰ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕੌਨਫੀਗਰੇਸ਼ਨ ਦੀ। ਦੇਖੋ ਜੋ ਇਸ ਦੇ ਲਾਸਟ ਇਲੈਕਟ੍ਰੋਨਸ ਹੈ, ਵੈਲੈਂਸ ਇਲੈਕਟ੍ਰੋਨ ਦੀ ਜੋ ਵੈਲੈਂਸ ਸ਼ੈਲ ਦੇ ਇਲੈਕਟ੍ਰੋਨ ਹੈ, ਉਹਨਾਂ ਦੀ ਕੌਨਫੀਗਰੇਸ਼ਨ ਕੀ ਹੁੰਦੀ ਹੈ, NS2 ਟੂ NP1 ਟੂ 6। ਮਤਲਬ 1 ਵੀ ਹੋ ਸਕਦਾ ਹੈ, NP2 ਵੀ ਹੋ ਸਕਦਾ, NP3 4 5 6 ਇਸ ਤਰ੍ਹਾਂ ਨਾਲ। ਕਲੀਅਰ। ਲਾਸਟ ਇਲੈਕਟ੍ਰੋਨ ਪੀ ਬਲੌਕ ਦਾ ਕਿੱਥੇ ਐਂਟਰ ਹੋਏਗਾ, ਪੀ ਔਰਬਿਟਲ 'ਚ। ਇਹ ਤੁਹਾਨੂੰ ਪਤਾ ਲੱਗ ਹੀ ਰਿਹਾ ਹੁਣ ਆਪਣੀ ਕੌਨਫੀਗਰੇਸ਼ਨ ਦੇਖ ਕੇ। ਕੋਈ ਵੀ ਐਲੀਮੈਂਟ ਲੈ ਲੈਂਦੇ ਹਾਂ ਜਿਸ ਨਾਲ ਤੁਹਾਨੂੰ ਕਲੀਅਰ ਹੋ ਜੇ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ, ਦੇਖੋ ਹੁਣ ਬਰੋਨ ਦੀ, ਬਰੌਨ ਗਰੁੱਪ ਜਾਂ ਬਰੌਨ ਫੈਮਿਲੀ ਦੇ ਵਿੱਚ ਗਰੁੱਪ 13 ਦੀ ਗੱਲ ਕਰਾਂ, ਅਟੋਮਿਕ ਨੰਬਰ ਕਿੰਨਾ ਆਪਣੇ ਕੋਲ 5। ਕੌਨਫੀਗਰੇਸ਼ਨ ਕੀ ਬਣੇਗੀ, NS2 NP1। ਦੇਖੋ ਕਿਸ ਤਰ੍ਹਾਂ ਨਾਲ ਇਸ ਨੂੰ ਮੈਂ ਹੋਰ ਕਿਸ ਤਰ੍ਹਾਂ ਨਾਲ ਕੌਨਫੀਗਰੇਸ਼ਨ ਲਿਖ ਸਕਦੀ ਹਾਂ, ਹੀਲੀਅਮ 2s2 2p1। ਕਲੀਅਰ। ਮਤਲਬ ਲਾਸਟ ਇਲੈਕਟ੍ਰੋਨ ਆਪਣਾ ਕਿਸ ਦੇ ਵਿੱਚ ਆਇਆ, 2p1। ਮਤਲਬ p1 ਦੇ ਵਿੱਚ ਆਇਆ ਕਿਸ ਦਾ, 13 ਜੋ ਆਪਣੇ ਕੋਲ ਕੀ ਹੈ, ਗਰੁੱਪ ਹੈ। ਸਿਮਿਲਰਲੀ ਆਪਾਂ ਹੋਰ ਕੋਈ ਗਰੁੱਪ ਲੈ ਕੇ ਚੱਲਦੇ ਹਾਂ। ਦੇਖੋ ਜਿਵੇਂ ਹੁਣ ਮੈਂ ਗੱਲ ਕਰਾਂ, ਤੁਹਾਡੇ ਕੋਲ ਕੋਈ ਵੀ ਲੈ ਸਕਦੇ ਹੋ, ਜਿਵੇਂ ਆਕਸੀਜਨ ਲੈ ਲਓ। ਆਕਸੀਜਨ ਵੀ ਪੀ ਬਲੌਕ ਗਰੁੱਪ ਦਾ ਮੈਂਬਰ ਹੈ। ਆਕਸੀਜਨ ਦਾ ਅਟੋਮਿਕ ਨੰਬਰ ਕਿੰਨਾ ਹੁੰਦਾ, ਦੇਖੋ 8। ਤਾਂ ਕੌਨਫੀਗਰੇਸ਼ਨ ਕੀ ਬਣੇਗੀ ਇਸ ਦੀ ਜੋ ਐਲੀਮੈਂਟ ਹੋਣਗੇ ਉਹ NS2 NP4। ਮਤਲਬ P4 ਸਬ ਸ਼ੈਲ ਦੇ ਵਿੱਚ ਕੀ ਪ੍ਰੈਜ਼ੈਂਟ ਹੋਣਗੇ, ਆਪਣੇ ਆਕਸੀਜਨ ਦੇ ਇਲੈਕਟ੍ਰੋਨ ਪ੍ਰੈਜ਼ੈਂਟ ਹੋਣਗੇ। ਲਾਸਟ ਜੋ ਵੈਲੈਂਸ ਇਲੈਕਟ੍ਰੋਨ ਹੋਣਗੇ ਕਿਸ ਦੇ ਵਿੱਚ ਹੋਣਗੇ, 1p4 NP4 ਦੇ ਵਿੱਚ। ਦੇਖੋ ਇਸ ਤੋਂ ਇਲਾਵਾ ਮੈਂ ਕਿਸ ਤਰ੍ਹਾਂ ਆਕਸੀਜਨ ਦੀ ਕੌਨਫੀਗਰੇਸ਼ਨ ਲਿਖ ਸਕਦੀ ਹਾਂ, 1s2 2s2 2p
4। ਕਲੀਅਰ। ਤਾਂ ਆਪਣੇ ਕੋਲ ਇਹ ਕੀ ਆ ਗਈ, ਕੌਨਫੀਗਰੇਸ਼ਨ ਆ ਗਈ। ਦੇਖੋ ਲਾਸਟ ਕਿਸ ਦੇ ਵਿੱਚ ਹੈ, 2s2 ਤੇ 2p4। ਇਸ ਦਾ ਮਤਲਬ ਜੋ ਆਪਣੀ ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ ਉਹ ਆਪਣੇ ਕੋਲ ਕੀ ਰਹੀ, ns2 to np1 to 6 ਤੱਕ। ਕਲੀਅਰ। ਆਈ ਹੋਪ ਤੁਹਾਨੂੰ ਇਹ ਕਨਸੈਪਟ ਕੀ ਹੈ, ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਅਗਰ ਇਹਨਾਂ ਦੀਆਂ ਕੁਝ ਹੋਰ ਫਿਜ਼ੀਕਲ ਪ੍ਰੋਪਰਟੀਜ਼ ਬਾਰੇ ਗੱਲ ਕਰਾਂਗੇ ਕਿਸ ਦੇ। ਅੱਜ ਆਪਾਂ ਜੋ ਸਟੱਡੀ ਕਰਾਂਗੇ ਗਰੁੱਪ 13, ਬਾਕੀ ਵੀ ਆਪਾਂ ਕਰਾਂਗੇ। ਅੱਜ ਗਰੁੱਪ 13 ਦੀ ਗੱਲ ਕਰਦੇ ਹਾਂ, ਤਾਂ ਗਰੁੱਪ 13 ਨੂੰ ਹੀ ਆਪਾਂ ਕੀ ਕਰਾਂਗੇ, ਡਿਸਕਸ ਕਰਾਂਗੇ। ਗਰੁੱਪ 13 ਦੇ ਵਿੱਚ ਸਭ ਤੋਂ ਪਹਿਲਾਂ ਐਲੀਮੈਂਟਸ। ਗਰੁੱਪ 13 ਦੇ ਐਲੀਮੈਂਟਸ ਕਿਹੜੇ ਹੁੰਦੇ ਆ, ਦੇਖੋ ਬੋਰੋਨ, ਐਲੂਮੀਨੀਅਮ, ਗੈਲੀਅਮ, ਇੰਡੀਅਮ, IN ਨਾਲ ਡਿਨੋਟ ਕਰਦੇ ਆ। ਲਾਸਟ ਕੀ ਹੁੰਦਾ ਤੁਹਾਡੇ ਕੋਲ, ਥੇਲੀਅਮ, TH। ਇਹ ਤੁਹਾਡੇ ਕੋਲ ਕੀ ਨੇ, ਐਲੀਮੈਂਟਸ ਨੇ ਕਿਸ ਦੇ, 13 ਗਰੁੱਪ ਦੇ, ਬਰੋਨ, ਐਲੂਮੀਨੀਅਮ, ਗੈਲੀਅਮ, ਇੰਡੀਅਮ ਐਂਡ ਥੇਲੀਅਮ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਦੇਖੋ ਇਹ ਜੋ ਆਪਣੇ ਕੋਲ ਗਰੁੱਪ 13 ਹੈ ਇਸ ਦੀ ਕੌਨਫੀਗਰੇਸ਼ਨ ਕੀ ਸੀ ਆਪਣੇ ਕੋਲ, NS2 NP1। ਚੈੱਕ ਕਰ ਲੈਂਦੇ ਹਾਂ, ਬਰੋਨ ਦਾ ਅਟੋਮਿਕ ਨੰਬਰ ਕਿੰਨਾ ਹੁੰਦਾ, 5। ਕਿੰਨੀ ਆ ਜਾਏਗੀ, ਹੀਲੀਅਮ ਹੁਣੇ ਦੱਸਿਆ ਸੀ 2s2 2p1। ਕਲੀਅਰ। ਇਸ ਤਰ੍ਹਾਂ ਨਾਲ ਤੁਸੀਂ ਕਲੋਜ਼ਡ ਬ੍ਰੈਕਟ ਪਾ ਸਕਦੇ ਹੋ। ਨੈਕਸਟ ਐਲੂਮੀਨੀਅਮ ਦਾ ਕਿੰਨਾ, 13। ਤਾਂ ਤੁਸੀਂ ਕਿਸ ਤਰ੍ਹਾਂ ਨਾਲ ਲਿਖੋਗੇ, ਨਿਓਨ 3s2, ਕੌਨਫੀਗਰੇਸ਼ਨ ਕੀ ਬਣੇਗੀ, 3s2 3p1। ਕਲੀਅਰ। ਨੈਕਸਟ ਗੈਲੀਅਮ ਦੀ ਗੱਲ ਕਰਾਂ, ਅਟੋਮਿਕ ਨੰਬਰ 31। ਤੁਹਾਨੂੰ ਪੀਰੀਓਡਿਕ ਟੇਬਲ ਆਉਣਾ ਬਹੁਤ ਜ਼ਰੂਰੀ ਹੈ। ਕੀ ਆ ਜਾਏਗਾ, ਆਰਗਨ। ਇਸ ਤੋਂ ਬਾਅਦ 3d10 3d10। ਨੈਕਸਟ ਅਗਰ ਮੈਂ ਗੱਲ ਕਰਾਂ 4s2 4p1, ਇਹ ਕੌਨਫੀਗਰੇਸ਼ਨ ਬਣ ਜਾਏਗੀ। ਨੈਕਸਟ ਆਪਾਂ ਗੱਲ ਕਰਾਂਗੇ ਇੰਡੀਅਮ ਦੀ, ਕ੍ਰਿਪਟੋਨ 49 ਅਟੋਮਿਕ ਨੰਬਰ ਹੈ। ਕ੍ਰਿਪਟੋਨ ਕੌਨਫੀਗਰੇਸ਼ਨ ਕੀ ਬਣੇਗੀ ਤੁਹਾਡੀ, 4d10 4d10 5s2 5p1। ਕਿਸ ਦੀ ਹੋਗੀ ਇਹ, ਇੰਡੀਅਮ ਦੀ। ਨੈਕਸਟ ਅਗਰ ਮੈਂ ਗੱਲ ਕਰਾਂ ਥੇਲੀਅਮ ਦੀ, ਅਟੋਮਿਕ ਨੰਬਰ 81। ਕੌਨਫੀਗਰੇਸ਼ਨ ਕੀ ਬਣੇਗੀ, ਜ਼ੀਨੋਨ 4f14 4f14 5d10 5d10 6s2 6p1। ਤਾਂ ਤੁਸੀਂ ਇੱਥੋਂ ਕੀ ਸਮਝੇ, ਜਿੰਨੇ ਵੀ ਐਲੀਮੈਂਟ ਆਪਣੇ ਕੋਲ ਕਿਸ ਦੇ ਨੇ, ਜਿੰਨੇ ਵੀ ਐਲੀਮੈਂਟ ਆਪਣੇ ਕੋਲ ਪੀ ਬਲੋਕ ਦੇ ਨੇ, ਜੋ ਲਾਸਟ ਇਹਨਾਂ ਦੇ ਇਲੈਕਟ੍ਰੋਨਸ ਨੇ ਉਹ ਕਿਸ ਸਬ ਸ਼ੈਲ ਦੇ ਵਿੱਚ ਜਾ ਰਹੇ ਨੇ, 2p1 ਦੇ ਵਿੱਚ। ਕਲੀਅਰ। 3p1 4p1 5p1 6p1 ਮੀਨਸ NP1। ਕਲੀਅਰ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ। ਇਹ ਆਪਣੇ ਕੋਲ ਕੀ ਹੈ, ਜਨਰਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਆਈ ਹੋਪ ਤੁਹਾਨੂੰ ਜੋ ਗਰੁੱਪ 13 ਹੈ ਉਹਨਾਂ ਦੇ ਮੈਂਬਰਸ ਬਾਰੇ ਸਭ ਕਲੀਅਰ ਹੋ ਚੁੱਕਿਆ ਹੈ, ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕਲੀਅਰ ਹੋ ਚੁੱਕੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਇਸ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਬਾਰੇ ਗੱਲ ਕਰਾਂਗੇ, ਕਿਸ ਦੀ, 13 ਗਰੁੱਪ ਦੀ ਫਿਜ਼ੀਕਲ ਪ੍ਰੋਪਰਟੀਜ਼। ਫਿਜ਼ੀਕਲ ਪ੍ਰੋਪਰਟੀਜ਼ ਆਫ ਗਰੁੱਪ 13। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਅਟੋਮਿਕ ਸਾਈਜ਼ ਦੀ, ਦੇਖੋ ਸਭ ਤੋਂ ਪਹਿਲਾਂ ਕਿਸ ਦੀ ਗੱਲ ਕਰਾਂਗੇ ਆਪਾਂ, ਸਾਈਜ਼ ਦੀ। ਦੇਖੋ ਸਾਈਜ਼ ਆਪਾਂ ਨੂੰ ਪਤਾ ਹੈ ਜਦੋਂ ਆਪਾਂ ਡਾਊਨ ਦ ਗਰੁੱਪ ਜਾਂਦੇ ਹਾਂ ਤਾਂ ਸਾਈਜ਼ ਕੀ ਹੁੰਦਾ ਆਪਣਾ, ਇਨਕਰੀਜ਼। ਡਾਊਨ ਦ ਗਰੁੱਪ ਜਾਂਦੇ ਹਾਂ ਜਦੋਂ ਆਪਾਂ, ਡਾਊਨ ਦ ਗਰੁੱਪ ਸਾਈਜ਼ ਕੀ ਹੋ ਜਾਂਦਾ ਆਪਣੇ ਕੋਲ, ਇਨਕਰੀਜ਼ ਹੋ ਜਾਂਦਾ। ਮੀਨਸ ਜਦੋਂ ਆਪਾਂ ਬੋਰੋਨ ਟੂ ਥੇਲੀਅਮ ਜਾਵਾਂਗੇ, ਨੀਚੇ ਨੂੰ ਜਾਵਾਂਗੇ, ਬੋਰੋਨ ਟੂ ਥੇਲੀਅਮ ਜਾਵਾਂਗੇ ਤਾਂ ਆਪਣੇ ਕੋਲ ਸਾਈਜ਼ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ। ਕਲੀਅਰ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਕਿ ਸਾਈਜ਼ ਕੀ ਹੋ ਜਾਂਦਾ ਆਪਣੇ ਕੋਲ, ਇਨਕਰੀਜ਼ ਹੋ ਜਾਂਦਾ ਜਦੋਂ ਆਪਾਂ ਕਿਸ ਤਰਫ ਜਾਵਾਂਗੇ, ਡਾਊਨ ਦ ਗਰੁੱਪ ਜਾਵਾਂਗੇ। ਕਲੀਅਰ। ਪਰ ਦੇਖੋ ਹੁਣ ਆਪਾਂ ਅਗਰ ਮਤਲਬ ਸਾਇੰਸ ਕਰ ਰਹੇ ਹਾਂ, ਕੈਮਿਸਟਰੀ ਕਰ ਰਹੇ ਹਾਂ ਅਤੇ ਐਕਸੈਪਸ਼ਨ ਨਾ ਆਵੇ, ਇੱਦਾਂ ਕਿੱਦਾਂ ਹੋ ਸਕਦਾ। ਆਪਾਂ ਨੇ ਹੁਣ ਤੱਕ ਇਹੀ ਸਟੱਡੀ ਕੀਤਾ ਕਿ ਜਦੋਂ ਆਪਾਂ ਡਾਊਨ ਦ ਗਰੁੱਪ ਆਉਂਦੇ ਹਾਂ ਤਾਂ ਸਾਈਜ਼ ਕੀ ਹੋ ਜਾਂਦਾ, ਇਨਕਰੀਜ਼। ਬਟ ਅਗਰ ਮੈਂ ਗੱਲ ਕਰਾਂ ਗਰੁੱਪ 13 ਦੀ, ਬਰੋਨ ਟੂ ਥੇਲੀਅਮ, ਇਸ ਦੇ ਵਿੱਚ ਐਕਸੈਪਸ਼ਨ ਕੀ ਹੈ, ਦੇਖੋ ਬਰੋਨ ਤੋਂ ਜਦੋਂ ਆਪਾਂ ਐਲੂਮੀਨੀਅਮ ਜਾਵਾਂਗੇ ਉਦੋਂ ਸਾਈਜ਼ ਇਨਕਰੀਜ਼ ਹੋਏਗਾ, ਮੀਨਸ ਐਲੂਮੀਨੀਅਮ ਦਾ ਸਾਈਜ਼ ਕੀ ਹੋਏਗਾ, ਲਾਰਜਰ ਹੋਏਗਾ। ਬਟ ਅਗਰ ਆਪਾਂ ਗੱਲ ਕਰੀਏ ਗੈਲੀਅਮ ਦੀ,
ਇਸ ਦਾ ਸਾਈਜ਼ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ। ਐਲੂਮੀਨੀਅਮ ਤੋਂ ਜਦੋਂ ਗੈਲੀਅਮ ਜਾਵਾਂਗੇ ਤਾਂ ਸਾਈਜ਼ ਕੀ ਹੋ ਜਾਏਗਾ ਆਪਣੇ ਕੋਲ, ਡਿਕਰੀਜ਼ ਹੋ ਜਾਏਗਾ। ਕਿਉਂ ਡਿਕਰੀਜ਼ ਹੋਏਗਾ, ਦੇਖੋ ਜੋ ਗੈਲੀਅਮ ਹੈ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ ਕੀ ਹੋਊਗਾ, ਜਿਵੇਂ ਹੁਣ ਆ ਗੈਲੀਅਮ ਹੈ, ਇਸ ਦੇ ਅਰਾਊਂਡ ਅਗਰ ਆਪਾਂ ਗੱਲ ਕਰੀਏ, ਇੱਕ ਲੇਅਰ ਹੋਏਗੀ ਜੋ ਕੀ ਹੈ, ਜੋ ਚਾਰਜ ਐਕਸਪੀਰੀਅੰਸ ਕਰ ਰਹੇ ਨੇ ਵੈਲੈਂਸ ਇਲੈਕਟ੍ਰੋਨ, ਉਹ ਕਿਸ ਤੇ ਡਿਪੈਂਡ ਕਰਦੇ ਨੇ, ਸ਼ੀਲਡਿੰਗ ਇਫੈਕਟ ਤੇ। ਹੁਣ ਆ ਬਾਹਰ ਕੀ ਪਏ ਆਪਣੇ ਕੋਲ, ਮੰਨ ਲਓ ਇਲੈਕਟ੍ਰੋਨ ਪਏ ਆ ਜੋ ਨੈਗੇਟਿਵਲੀ ਚਾਰਜ ਹੈ, ਅੰਦਰ ਨਿਊਕਲੀਅਸ ਕੀ ਹੁੰਦਾ, ਪੋਜ਼ਿਟਿਵਲੀ ਚਾਰਜ। ਇਹ ਜੋ ਚਾਰਜ ਨੇ ਇਹ ਕੀ ਐਕਸਪੀਰੀਅੰਸ ਕਰਨਗੇ, ਜੋ ਵੈਲੈਂਸ ਇਲੈਕਟ੍ਰੋਨ ਨੇ ਇਹ ਕੀ ਡਿਪੈਂਡ ਕਰਨਗੇ, ਸ਼ੀਲਡਿੰਗ ਇਫੈਕਟ ਕੀ ਕਰਨਗੇ, ਐਕਸਪੀਰੀਅੰਸ ਕਰਨਗੇ। ਜਿਸ ਨਾਲ ਅਗਰ ਮੈਂ ਗੱਲ ਕਰਾਂ, ਜੋ ਸਾਈਜ਼ ਹੈ ਗੈਲੀਅਮ ਦਾ ਕੀ ਹੋ ਜਾਂਦਾ, ਘਟ ਜਾਂਦਾ, ਡਿਕਰੀਜ਼ ਹੋ ਜਾਂਦਾ। ਕਿਸ ਕਰਕੇ, ਜੋ ਪੂਅਰ ਸ਼ੀਲਡਿੰਗ ਇਫੈਕਟ ਹੈ ਕਿਸ ਦੀ, ਡੀ ਤੇ ਐਫ ਔਰਬਿਟਲ ਦੀ। ਆਪਾਂ ਜਦੋਂ ਕੌਨਫੀਗਰੇਸ਼ਨ ਕੀਤੀ ਸੀ ਉਸ ਦੇ ਵਿੱਚ ਦੇਖਿਆ ਸੀ ਨਾ, ਜੋ ਗੈਲੀਅਮ ਦੇ ਇਲੈਕਟ੍ਰੋਨ ਨੇ ਉਹ ਡੀ ਦੇ ਵਿੱਚ ਜਾਂਦੇ ਆ, ਜੋ ਇਸ ਤੋਂ ਬਾਅਦ ਵਾਲੇ ਆ ਐਫ ਦੇ ਵਿੱਚ ਵੀ ਜਾਂਦੇ ਆ। ਤਾਂ ਪੂਅਰ ਸ਼ੀਲਡਿੰਗ ਇਫੈਕਟ ਆਫ ਡੀ ਤੇ ਐਫ ਔਰਬਿਟਲਸ ਦੀ ਜੋ ਗੈਲੀਅਮ ਦਾ ਸਾਈਜ਼ ਹੈ ਉਹ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ, ਛੋਟਾ ਹੋ ਜਾਏਗਾ। ਕਿਹਦੇ ਨਾਲੋਂ, ਐਲੂਮੀਨੀਅਮ ਨਾਲੋਂ ਕੀ ਹੋ ਜਾਏਗਾ, ਸਮੋਲ ਹੋ ਜਾਏਗਾ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਚੁੱਕਿਆ। ਅੱਗੇ ਆਪਾਂ ਕਾਫੀ ਵਾਰ ਸ਼ੀਲਡਿੰਗ ਇਫੈਕਟ ਨੂੰ ਕੀ ਹੈ, ਡਿਸਕਸ ਕਰਾਂਗੇ। ਨੈਕਸਟ ਅਗਰ ਮੈਂ ਗੱਲ ਕਰਾਂ, ਦੇਖੋ ਜੋ ਇੰਡੀਅਮ ਐਂਡ ਥੇਲੀਅਮ ਹੈ, ਇੰਡੀਅਮ ਐਂਡ ਥੇਲੀਅਮ ਹੈ, ਇਹਨਾਂ ਦਾ ਜੋ ਸਾਈਜ਼ ਹੁੰਦਾ ਹੈ ਉਹ ਆਲਮੋਸਟ ਕੀ ਹੁੰਦਾ, ਸੇਮ ਸਾਈਜ਼ ਹੁੰਦਾ। ਆਲਮੋਸਟ ਜੋ ਇਹਨਾਂ ਦਾ ਸਾਈਜ਼ ਹੁੰਦਾ ਉਹ ਕੀ ਹੁੰਦਾ, ਸੇਮ ਹੁੰਦਾ। ਕਲੀਅਰ, ਸੇਮ ਸਾਈਜ਼ ਹੁੰਦਾ ਇਹਨਾਂ ਦਾ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਕਿ ਇਸ ਦੇ ਕਰਕੇ ਇਹਨਾਂ ਦੇ ਵਿੱਚ ਮੇਨ ਜੋ ਕੰਮ ਕੌਣ ਕਰ ਰਿਹਾ, ਸ਼ੀਲਡਿੰਗ ਇਫੈਕਟ। ਬਟ ਅਗਰ ਆਪਾਂ ਗੱਲ ਕਰੀਏ ਲਾਸਟ ਦੇ ਵਿੱਚ ਆਪਣੇ ਕੋਲ ਜੋ ਥੇਲੀਅਮ ਹੈ ਇਸ ਦੀ ਕੌਨਫੀਗਰੇਸ਼ਨ ਦੇ ਵਿੱਚ ਤਾਂ ਐਫ ਬਲੋਕ ਵੀ ਆ ਜਾਂਦਾ। ਹੁਣ ਜੋ ਐਫ ਬਲੋਕ ਹੈ ਉਹਦੇ ਵਿੱਚ ਜੋ ਇਲੈਕਟ੍ਰੋਨ ਹੋਣਗੇ ਉਹ ਹੋਰ ਵੀ ਜ਼ਿਆਦਾ ਕੀ ਕਰਨਗੇ, ਪੂਅਰ ਸ਼ੀਲਡਿੰਗ ਇਫੈਕਟ ਨੂੰ ਕੀ ਕਰਨਗੇ, ਸ਼ੋ ਕਰਨਗੇ। ਪੂਅਰ ਸ਼ੀਲਡਿੰਗ ਇਫੈਕਟ ਦੀ ਵਜ੍ਹਾ ਨਾਲ ਜੋ ਇਹਨਾਂ ਦਾ ਸਾਈਜ਼ ਹੋਏਗਾ ਉਹ ਆਲਮੋਸਟ ਕੀ ਹੋਏਗਾ, ਸੇਮ ਹੋਏਗਾ। ਆਈ ਹੋਪ ਤੁਹਾਨੂੰ ਇਹ ਪ੍ਰੋਪਰਟੀ ਕੀ ਹੋ ਚੁੱਕੀ ਹੈ, ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰਾਂਗੇ, ਨੈਕਸਟ ਆਪਾਂ ਗੱਲ ਕਰਾਂਗੇ ਸੈਕਿੰਡ ਪ੍ਰੋਪਰਟੀ ਦੀ। ਆਈ ਹੋਪ ਤੁਹਾਨੂੰ ਫਰਸਟ ਪ੍ਰੋਪਰਟੀ ਕਲੀਅਰ ਹੋ ਚੁੱਕੀ ਹੈ। ਦੇਖੋ ਸੈਕਿੰਡ ਪ੍ਰੋਪਰਟੀ ਦੇਖੋ ਕੀ ਹੈ ਆਪਣੇ ਕੋਲ, ਅਟੋਮਿਕ ਰੇਡੀਆਈ। ਸੈਕਿੰਡ ਪ੍ਰੋਪਰਟੀ ਅਟੋਮਿਕ ਐਂਡ ਆਇਨਿਕ ਰੇਡੀਆਈ ਦੋਨੋਂ ਡਿਸਕਸ ਕਰ ਲੈਂਦੇ ਹੋ, ਅਟੋਮਿਕ ਐਂਡ ਆਇਨਿਕ ਰੇਡੀਆਈ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਆਇਨਿਕ ਰੇਡੀਆਈ ਦੀ, ਆਇਨਿਕ ਰੇਡੀਆਈ ਤਾਂ ਸਿੰਪਲ ਹੈ, ਇਹ ਇਨਕਰੀਜ਼ ਹੋਏਗਾ ਡਾਊਨ ਦ ਗਰੁੱਪ। ਜਿੱਦਾਂ ਜਿੱਦਾਂ ਆਪਾਂ ਨੀਚੇ ਜਾਵਾਂਗੇ ਇਹ ਕੀ ਹੋਏਗਾ, ਇਨਕਰੀਜ਼ ਹੋਏਗਾ ਡਾਊਨ ਦ ਗਰੁੱਪ। ਡਾਊਨ ਦ ਗਰੁੱਪ ਕੀ ਹੋਏਗਾ, ਆਇਨਿਕ ਰੇਡੀਆਈ ਇਨਕਰੀਜ਼ ਹੋਏਗਾ। ਬਟ ਅਗਰ ਮੈਂ ਗੱਲ ਕਰਾਂ ਅਟੋਮਿਕ ਰੇਡੀਆਈ ਦੀ, ਦੇਖੋ ਅਟੋਮਿਕ ਰੇਡੀਆਈ ਦੀ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਗੱਲ ਕਰਾਂ, ਰੇਡੀਆਈ ਇਨਕਰੀਜ਼ ਹੋਏਗਾ ਜਦੋਂ ਆਪਾਂ ਬਰੋਨ ਟੂ ਐਲੂਮੀਨੀਅਮ ਜਾਵਾਂਗੇ। ਸਿਮਿਲਰਲੀ ਜਿੱਦਾਂ ਸੇਮ ਸਾਈਜ਼ ਦਾ ਕੀਤਾ ਸੀ, ਜਦੋਂ ਐਲੂਮੀਨੀਅਮ ਤੋਂ ਗੈਲੀਅਮ ਤਾਂ ਰੇਡੀਆਈ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ। ਇੰਡੀਅਮ ਐਂਡ ਥੈਲੀਅਮ ਦਾ ਆਲਮੋਸਟ ਕੀ ਹੈ, ਸੇਮ ਸਾਈਜ਼ ਹੁੰਦਾ, ਸੇਮ ਕੀ ਹੁੰਦਾ, ਸਾਈਜ਼ ਹੁੰਦਾ। ਇਹ ਤੁਹਾਡੀ ਕੀ ਹੈ, ਸੋਰੀ ਅਟੋਮਿਕ ਰੇਡੀਆਈ ਕੀ ਹੁੰਦਾ, ਸੇਮ ਹੁੰਦਾ ਇਹਨਾਂ ਦਾ। ਇਸ ਦੇ ਵਿੱਚ ਗੈਲੀਅਮ ਦਾ ਰੇਡੀਆਈ ਘਟ ਜਾਂਦਾ ਐਲੂਮੀਨੀਅਮ ਨਾਲੋਂ, ਬਟ ਐਲੂਮੀਨੀਅਮ ਦਾ ਰੇਡੀਆਈ ਜ਼ਿਆਦਾ ਹੁੰਦਾ ਕਿਸ ਦੇ ਨਾਲੋਂ, ਬਰੋਨ ਨਾਲੋਂ। ਆਈ ਹੋਪ ਤੁਹਾਨੂੰ ਇਹ ਪ੍ਰੋਪਰਟੀ ਕੀ ਹੈ, ਕਲੀਅਰ ਹੋ ਚੁੱਕੀ ਹੋਣੀ। ਨੈਕਸਟ ਆਪਾਂ ਗੱਲ ਕਰਾਂਗੇ ਥਰਡ ਪ੍ਰੋਪਰਟੀ ਦੀ। ਥਰਡ ਪ੍ਰੋਪਰਟੀ ਆਪਣੇ ਕੋਲ ਕੀ ਹੈ, ਦੇਖੋ ਥਰਡ ਵਨ ਹੈ ਆਪਣੇ ਕੋਲ ਡੈਂਸਿਟੀ। ਥਰਡ ਵਨ ਆਪਣੇ ਕੋਲ ਕੀ ਹੈ, ਡੈਂਸਿਟੀ। ਦੇਖੋ ਹੁਣ ਡੈਂਸਿਟੀ ਆਪਣੇ ਕੋਲ ਕਿਸ ਦੇ ਇਕੁਅਲ ਹੁੰਦੀ ਹੈ, ਡੈਂਸਿਟੀ ਕੀ ਹੁੰਦੀ ਹੈ, ਮਾਸ ਪਰ ਯੂਨਿਟ ਵੋਲਿਊਮ। ਇਹ ਤੁਹਾਨੂੰ ਪੜ੍ਹਿਆ ਹੋਇਆ। ਡੈਂਸਿਟੀ ਇਨਕਰੀਜ਼ ਹੋਏਗੀ, ਡੈਂਸਿਟੀ ਇਨਕਰੀਜ਼ ਹੋਏਗੀ ਡਾਊਨ ਦਾ ਗਰੁੱਪ। ਜਿੱਦਾਂ ਜਿੱਦਾਂ ਆਪਾਂ ਨੀਚੇ ਜਾਵਾਂਗੇ ਜੋ ਡੈਂਸਿਟੀ ਹੈ ਉਹ ਕੀ ਹੋਏਗੀ, ਇਨਕਰੀਜ਼ ਹੋਏਗੀ ਆਪਣੇ ਕੋਲ, ਠੀਕ ਹੈ ਜੀ। ਬਟ ਹੁਣ ਇਹਦੇ ਵਿੱਚ ਅਗਰ ਮੈਂ ਗੱਲ ਕਰਾਂ, ਦੇਖੋ ਅਗਰ ਆਪਾਂ ਇਸ ਦੀ ਗੱਲ ਕਰੀਏ 13 ਗਰੁੱਪ ਦੀ, ਕਲੀਅਰ। ਬਸ ਤੁਸੀਂ ਇਹੀ ਯਾਦ ਰੱਖਣਾ ਕਿ 13 ਗਰੁੱਪ ਦੇ ਵਿੱਚ ਡੈਂਸਿਟੀ ਕੀ ਹੋਏਗੀ, ਇਨਕਰੀਜ਼ ਹੋਏਗੀ ਜਿੱਦਾਂ ਜਿੱਦਾਂ ਆਪਾਂ ਡਾਊਨ ਦ ਗਰੁੱਪ ਜਾਵਾਂਗੇ, ਮੀਨਸ ਬਰੋਨ ਟੂ ਥੇਲੀਅਮ ਆਵਾਂਗੇ। ਨੈਕਸਟ ਆਪਾਂ ਨੈਕਸਟ ਪ੍ਰੋਪਰਟੀ ਦੇਖਦੇ ਹਾਂ। ਦੇਖੋ ਨੈਕਸਟ ਪ੍ਰੋਪਰਟੀ ਆਪਣੇ ਕੋਲ ਕੀ ਹੈ, ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ। ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ। ਅਗਰ ਮੈਂ ਗੱਲ ਕਰਾਂ ਮੈਲਟਿੰਗ ਪੁਆਇੰਟ ਦੀ ਐਂਡ ਬੋਇਲਿੰਗ ਪੁਆਇੰਟ ਦੀ, ਮੈਲਟਿੰਗ ਪੁਆਇੰਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਬਹੁਤ ਜ਼ਿਆਦਾ ਹਾਈ, ਸਪੈਸ਼ਲੀ ਮੈਲਟਿੰਗ ਪੁਆਇੰਟ ਬਹੁਤ ਜ਼ਿਆਦਾ ਵੈਰੀ ਹਾਈ ਹੋਏਗਾ ਕਿਸ ਦਾ, ਬੋਰੋਨ ਦਾ। ਬੋਰੋਨ ਦਾ ਸਭ ਤੋਂ ਜ਼ਿਆਦਾ ਕੀ ਹੋਏਗਾ, ਮੈਲਟਿੰਗ ਪੁਆਇੰਟ ਹੋਏਗਾ ਇਸ ਦੇ ਵਿੱਚ। ਕਿਉਂ ਹੋਏਗਾ, ਕਿਉਂਕਿ ਇਸ ਦੇ ਵਿੱਚ ਕੀ ਪ੍ਰੈਜ਼ੈਂਟ ਹੈ, 3D
3D मतलब डी ऑर्बिटल की है अपने को बोरॉन दे विच की है प्रेजेंट है। इस दी वजह नाल अगर आप गल करिए क्लियर, तो इस तो अलावा अगर आप गल करिए तो जो बाकी एलीमेंट्स हैं, बाकी जिन्ने भी 13 ग्रुप दे विच एलीमेंट है उन्हों का जो मैल्टिंग पॉइंट है ये तो डिक्रीज होएगा डाउन द ग्रुप। मैल्टिंग पॉइंट की होएगा डिक्रीज डाउन द ग्रुप। जिदा जिदा आप नीचे जावांगे मैल्टिंग पॉइंट की होएगा डिक्रीज होएगा। कित्थे तक डिक्रीज होएगा डाउन द ग्रुप जो जावांगे अप टू गैलियम, अप टू गैलियम तक की होएगा डिक्रीज होएगा। गैलियम तो बाद मीनस इंडियम एंड थेलियम तो बाद इंडियम एंड थेलियम का फिर की होने लग जाएगा स्टार्ट इनक्रीज सॉरी इनक्रीज होना की हो जाएगा स्टार्ट हो जाएगा। मैल्टिंग पॉइंट की है सब तो ज़्यादा किसका होंगे बोरोन का होंगे बट उस तो बाद जिदा आप डाउन द ग्रुप जाने मीनस एलूमीनीयम गैलियम इन्हों का की है घटता रहेगा। गैलियम तो बाद इंडियम एंड थैलियम का फिर की हो जाएगा इनक्रीज होना स्टार्ट हो जाएगा। क्लियर, थैलियम द TI जस्ट अ सेकेंड, हाँ जी थैलियम का की हो जाएगा इनक्रीज होना स्टार्ट हो जाएगा। आई होप तो क्लीयर हो चुके हैं। नाल ही अगर मैं गल करा बॉइलिंग पॉइंट की, देखो जो बॉइलिंग पॉइंट है इस दे विच अगर आप गल करिए जो आप डाउन द ग्रुप जाने तो डाउन द ग्रुप जो जाने तो जो बॉइलिंग पॉइंट है वो की होएगा डिक्रीज होएगा डाउन द ग्रुप। जिदा जिदा आप नीचे जाने डाउन द ग्रुप बॉइलिंग पॉइंट की होएगा डिक्रीज होएगा। ये तुसी जो प्रॉपर्टीज़ है लर्न रखनिया ने कि किस दे विच की हो रहा है। आपने मैल्टिंग पॉइंट की गल कर ली, बॉइलिंग पॉइंट की गल कर ली, डेंसिटी की गल कर ली, नाल ही आपने किस की गल कर ली इन्हों के अटोमिक साइज ते आयनिक साइज की। नैक्सट आप गल करांगे नैक्सट प्रॉपर्टी की। देखो नैक्सट प्रॉपर्टी की है तुहाडे कोल, नैक्सट है अपने कोल आयोनाइजेशन इंथैल्पी। आयोनाइजेशन इंथैल्पी, आयोनाइजेशन इंथैल्पी की अगर आप गल करिए आयोनाइजेशन इंथैल्पी इनक्रीज होएगी डाउन द ग्रुप। आयोनाइजेशन इंथैल्पी इनक्रीजिज होनगियां डाउन द ग्रुप जिदा जिदा आप की है नीचे जावांगे डाउन द ग्रुप। नीचे जाने नाल आयोनाइजेशन इंथैल्पी की होएगी इनक्रीज होएगी। जो एलुमीनियम एंड गैलियम है, एलुमीनियम एंड गैलियम की आलमोस्ट की है सेम आयोनाइजेशन इंथैल्पी होएगी। क्लीयर, तुसी इत्थे एक्सैप्शन ये भी है देखो अगर आप गल करिए बोरॉन की आयोनाइजेशन इंथैल्पी अगर आप गल करिए जिमें 801 के नीयर अबाउट होंगी है बट एलुमीनीयम की कितनी होंगी है 577, गैलियम की कितनी होंगी है 579। वैसे तो आयोनाइजेशन इंथैल्पी इनक्रीज होंगी है डाउन द ग्रुप बट इत्थे की आ जाती है अपने को एक्सैप्शन आ जाती है कि इत्थे की हो जाती है जो आयोनाइजेशन इंथैल्पी है पहला डिक्रीज हो रही है किस ते एलुमीनीयम ते दैन फिर की हो जाएगी इनक्रीज। क्लियर, मीनस जो 13 ग्रुप है इस दे विच बहुत ज़्यादा की आ जाएगी तुहाडे कोल एक्सैप्शनस आ जाएगियां। इस दे विच की इदां चलेगा फिर इस तो बाद की हो जाएगी अप हो जाएगी फिर डाउन, मतलब ये किद्दां चलता रहेगा डाउन अप डाउन अप। तुसी इदा ट्रिक नाल भी की कर सकते हो लर्न कर सकते हो किस नूं आयोनाइजेशन भी पहला घटेगी फिर वधेगी फिर घटेगी दैन फिर की हो जाएगी इनक्रीज हो जाएगी। इस तरह नाल की चलता रहिंदा इन्हां दे विच की है मतलब सीरीज़ चलती रहती है। इस तो अलावा अगर मैं गल करा आयोनाइजेशन ज़्यादा किस दे विच होंदी है ग्रुप 2 दे विच होंदी है किहदे नालों ग्रुप 13 नालों। ग्रुप 2 दे विच आयोनाइजेशन की होंदी है ज़्यादा होंदी है। अगर देखो हुण आपां गल करिए ग्रुप 2 दे विच की सी NH2, ग्रुप 13 दे विच की सी NH2 एंड NP1। देखो आयोनाइजेशन 1 की अगर मैं गल करा आयोनाइजेशन 1 की फस्ट आयोनाइजेशन अगर आप गल करिए किस दे विच ज़्यादा होगी ग्रुप 2 दे विच क्योंकि इस दे विच इलैक्ट्रॉन रिमूव करना की हो जाऊगा डिफिकल्ट हो जाऊगा तो इस दे विच ज़्यादा होएगी। बट अगर आयोनाइजेशन सैकेंड की गल कर लैन वो किस दे विच हो जाएगी अपने को NP1 दे विच हो जाएगी क्योंकि इत्थों इलैक्ट्रॉन क्योंकि फिर फस्ट दे विच तो P वाला रिमूव हो गया हुण इस दे विचों इलैक्ट्रॉन रिमूव करना की हो जाएगा मुश्किल तो इसकी की हो जाएगी अपने को ज़्यादा आयोनाइजेशन हो जाएगी। कदों जो आयोनाइजेशन अपने को केड़ी चल रही है सैकेंड चल रही है। आई होप ये पॉइंट तुहानूं क्लीयर हो चुकिया होना। नैक्सट आप गल करांगे जो नैक्सट अपने को प्रॉपर्टी है इलैक्ट्रोनैगेटिविटी। नैक्सट आप गल करांगे जो नैक्सट अपने को प्रॉपर्टी है इलैक्ट्रोनैगेटिविटी।
ਇਹ ਸਾਰੀਆਂ ਪ੍ਰੋਪਰਟੀਜ਼ ਕਰਨੀਆਂ ਬਹੁਤ ਜ਼ਰੂਰੀ ਹੈ ਤੁਹਾਡੇ ਲਈ। ਇਲੈਕਟ੍ਰੋਨੈਗੇਟਿਵਿਟੀ ਦੀ ਅਗਰ ਮੈਂ ਗੱਲ ਕਰਾਂ, ਦੇਖੋ ਇਸ ਦੇ ਵਿੱਚ ਜਦੋਂ ਆਪਾਂ ਗੱਲ ਕਰੀਏ ਬ੍ਰੌਨ ਟੂ ਐਲੂਮੀਨੀਅਮ, ਤਾਂ ਇਲੈਕਟ੍ਰੋਨੈਗੇਟਿਵਿਟੀ ਕੀ ਹੋਏਗੀ, ਡਿਕਰੀਜ਼ ਹੋਏਗੀ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਇਨਕਰੀਜ਼ ਹੋ ਜਾਏਗੀ, ਮੀਨਸ ਗੇਲੀਅਮ ਦੀ, ਇੰਡੀਅਮ ਦੀ, ਥੈਲੀਅਮ ਦੀ, ਇਹ ਕੀ ਹੋ ਜਾਏਗੀ, ਇਨਕਰੀਜ਼। ਕਿਹਦੇ ਕਰਕੇ ਹੋ ਰਿਹਾ, ਹੁਣ ਇਸ ਦਾ ਵੀ ਸੇਮ ਰੀਜ਼ਨ ਹੈ, ਡਿਊ ਟੂ ਪੂਅਰ ਸ਼ੀਲਡਿੰਗ ਇਫੈਕਟ, ਡਿਊ ਟੂ ਪੂਅਰ ਸ਼ੀਲਡਿੰਗ ਇਫੈਕਟ ਕਿਸ ਦਾ ਡੀ ਐਂਡ ਐਫ ਦਾ, ਸ਼ੀਲਡਿੰਗ ਇਫੈਕਟ ਆਫ ਡੀ ਔਰਬਿਟਲ ਐਂਡ ਐਫ ਔਰਬਿਟਲ, ਡੀ ਐਂਡ ਐਫ ਕਰਕੇ ਪਹਿਲਾਂ ਕੀ ਹੋਏਗੀ, ਡਿਕਰੀਜ਼ ਹੋਏਗੀ, ਦੈਨ ਕੀ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਨੈਕਸਟ ਪ੍ਰੋਪਰਟੀ ਦੇਖਦੇ ਹਾਂ। ਨੈਕਸਟ ਕੀ ਆਪਣੇ ਕੋਲ, ਮੈਟੈਲਿਕ ਕਰੈਕਟਰ, ਮੈਟੈਲਿਕ ਕਰੈਕਟਰ, ਮੈਟੈਲਿਕ ਕਰੈਕਟਰ। ਦੇਖੋ ਮੈਟੈਲਿਕ ਕਰੈਕਟਰ ਕੀ ਹੁੰਦਾ, ਇਨਕਰੀਜ਼ ਹੁੰਦਾ ਡਾਊਨ ਦਾ ਗਰੁੱਪ, ਜਿੱਦਾਂ ਜਿੱਦਾਂ ਆਪਾਂ ਨੀਚੇ ਜਾਂਦੇ ਹਾਂ ਮੈਟੈਲਿਕ ਕਰੈਕਟਰ ਕੀ ਹੋ ਜਾਂਦਾ ਆਪਣੇ ਕੋਲ, ਇਨਕਰੀਜ਼, ਮਤਲਬ ਨੀਚੇ ਵੱਲ ਨੂੰ ਜੋ ਮੈਟਲਸ ਹੈ ਉਹ ਮੈਟਲ ਦਾ ਜੋ ਕਰੈਕਟਰ ਹੈ ਮੀਨਸ ਮੈਟਲਾਈਜੇਸ਼ਨ ਹੈ ਉਹ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ। ਤਾਂ ਯਾਦ ਰੱਖਣਾ ਜਿੱਦਾਂ ਹੀ ਆਪਾਂ ਨੀਚੇ ਨੂੰ ਆਉਂਦੇ ਹਾਂ ਤਾਂ ਮੈਟਲ ਕਰੈਕਟਰ ਕੀ ਹੋ ਜਾਂਦਾ ਹੈ, ਇਨਕਰੀਜ਼ ਹੋ ਜਾਂਦਾ ਹੈ। ਕਲੀਅਰ, ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਪ੍ਰੋਪਰਟੀ ਦੀ। ਦੇਖੋ ਨੈਕਸਟ ਕੀ ਆਪਣੇ ਕੋਲ, ਆਕਸੀਡੇਸ਼ਨ ਸਟੇਟ। ਨੈਕਸਟ ਆਪਣੇ ਕੋਲ ਆਕਸੀਡੇਸ਼ਨ ਸਟੇਟ ਹੈ। ਦੇਖੋ ਬਰੋਨ ਦੀ ਕੀ ਹੁੰਦੀ ਹੈ, +3 ਆਕਸੀਡੇਸ਼ਨ ਸਟੇਟ ਹੁੰਦੀ ਹੈ। ਬਟ ਅਗਰ ਮੈਂ ਗੱਲ ਕਰਾਂ ਡਾਊਨ ਦਾ ਗਰੁੱਪ, ਜੋ ਆਕਸੀਡੇਸ਼ਨ ਸਟੇਟ ਹੈ ਉਹ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਡਾਊਨ ਦਾ ਗਰੁੱਪ ਆਕਸੀਡੇਸ਼ਨ ਸਟੇਟ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਕਿਉਂਕਿ ਜੋ ਲਾਸਟ ਆਪਣੇ ਕੋਲ ਥੇਲੀਅਮ ਹੈ ਉਸਦੀ ਜੋ ਆਕਸੀਡੇਸ਼ਨ ਸਟੇਟ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਆਪਣੇ ਕੋਲ, +1 ਹੋ ਜਾਂਦੀ ਹੈ। ਇਹ ਕਿਸ ਕਰਕੇ ਹੁੰਦਾ ਆਪਣੇ ਕੋਲ, ਇਨਰਟ ਪੇਅਰ ਇਫੈਕਟ ਕਰਕੇ, ਡਿਊ ਟੂ ਇਨਰਟ ਪੇਅਰ ਇਫੈਕਟ। ਇਨਰਟ ਪੇਅਰ ਇਫੈਕਟ ਕਰਕੇ ਜੋ ਆਕਸੀਡੇਸ਼ਨ ਸਟੇਟ ਹੈ ਉਹ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ ਡਾਊਨ ਦ ਗਰੁੱਪ। ਅਲੱਗ-ਅਲੱਗ ਹੁੰਦੀ ਹੈ ਸਭ ਦੀ। ਦੇਖੋ ਹੁਣ ਇਸ ਤੋਂ ਇਲਾਵਾ ਹੁਣ ਬਰੋਨ ਦੀ ਤਾਂ ਆਪਾਂ ਗੱਲ ਕਰ ਲਈ, ਬਰੋਨ ਦੀ ਕਿੰਨੀ ਸੀ ਆਪਣੇ ਕੋਲ, +3 ਆਕਸੀਡੇਸ਼ਨ। ਬਟ ਅਗਰ ਮੈਂ ਗੱਲ ਕਰਾਂ ਐਲੂਮੀਨੀਅਮ ਦੀ, ਇਸ ਦੀ ਵੀ +3 ਆ ਜਾਏਗੀ। ਕਿਸ ਦੇ ਅਕੋਰਡਿੰਗ ਦੇਖਦੇ ਹਾਂ ਆਪਾਂ ਨੂੰ ਮੈਨੇ ਇੱਕ ਸ਼ਾਰਟ ਵੀਡੀਓ ਵੀ ਪਾਈ ਹੋਈ ਹੈ, ਤਾਂ ਤੁਹਾਨੂੰ ਆਉਣਾ ਚਾਹੀਦਾ ਇਹ। ਮੈंने ਉਸ 'ਚ ਤੁਹਾਨੂੰ ਕਰਵਾਇਆ ਸੀ ਕਿ ਕਿੱਦਾਂ ਆਕਸੀਡੇਸ਼ਨ ਸਟੇਟਸ ਆਪਾਂ ਫਾਈਂਡ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਗੇਲੀਅਮ ਦੀ, ਇਸ ਦੀ ਆਕਸੀਡੇਸ਼ਨ ਸਟੇਟ ਹੁੰਦੀ ਹੈ +3 ਐਂਡ +1। ਇੰਡੀਅਮ ਦੀ ਵੀ ਅਗਰ ਆਪਾਂ ਗੱਲ ਕਰੀਏ ਆਕਸੀਡੇਸ਼ਨ ਸਟੇਟ ਹੁੰਦੀ ਹੈ +3 ਐਂਡ +1। ਲਾਸਟ ਜੋ ਥੇਲੀਅਮ ਹੈ ਉਸਦੀ ਕਿੰਨੀ ਹੋ ਜਾਂਦੀ ਹੈ ਆਪਣੇ ਕੋਲ, +1। ਇਹ ਆਪਣੇ ਕੋਲ ਕੀ ਹੈ, ਆਕਸੀਡੇਸ਼ਨ ਸਟੇਟਸ ਨੇ। ਕਲੀਅਰ, ਆਈ ਹੋਪ ਤੁਹਾਨੂੰ ਆਕਸੀਡੇਸ਼ਨ ਸਟੇਟ ਵੀ ਬਰੌਨ ਫੈਮਿਲੀ ਦੀ ਕਲੀਅਰ ਹੋ ਚੁੱਕੀ ਹੈ। ਬਸ ਇਹਦੇ ਵਿੱਚ ਪੂਅਰ ਸ਼ੀਲਡਿੰਗ ਇਫੈਕਟ ਕਰਕੇ ਜੋ ਆਕਸੀਡੇਸ਼ਨ ਸਟੇਟਸ ਨੇ ਉਹ ਕੀ ਹੁੰਦੀਆਂ ਰਹਿੰਦੀਆਂ ਨੇ, ਡਿਕਰੀਜ਼ ਹੋ ਜਾਂਦੀਆਂ ਨੇ। ਨੈਕਸਟ ਦੇਖੋ, ਨੈਕਸਟ ਗੱਲ ਕਰਦੇ ਆਪਾਂ ਨੈਕਸਟ ਟੌਪਿਕ ਦੀ। ਹਾਂਜੀ, ਨੈਕਸਟ ਆਪਾਂ ਗੱਲ ਕਰਾਂਗੇ ਕੈਮੀਕਲ ਪ੍ਰੋਪਰਟੀਜ਼ ਦੀ, ਕੈਮੀਕਲ ਪ੍ਰੋਪਰਟੀਜ਼ ਦੀ, ਕੈਮੀਕਲ ਪ੍ਰੋਪਰਟੀਜ਼। ਫਸਟ ਆਪਣੇ ਕੋਲ ਕੈਮੀਕਲ ਪ੍ਰੋਪਰਟੀ ਹੈ ਰਿਐਕਸ਼ਨ ਵਿਦ ਏਅਰ। ਜਦੋਂ ਏਅਰ ਦੇ ਨਾਲ ਕੀ ਆ ਆਪਾਂ ਰਿਐਕਸ਼ਨ ਕਰਵਾ ਦਿੰਦੇ ਹਾਂ ਕਿਸ ਦੀ, 13 ਗਰੁੱਪ ਦੇ ਐਲੀਮੈਂਟਸ ਦੀ, ਤਾਂ ਆਪਣੇ ਕੋਲ ਕੀ ਫੋਰਮੇਸ਼ਨ ਹੁੰਦੀ ਹੈ। ਦੇਖੋ ਅਗਰ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਕੋਈ ਵੀ ਅਗਰ ਆਪਾਂ ਗੱਲ ਕਰੀਏ, ਮੰਨ ਲਓ 4 ਬੋਰੋਨ ਦੀ ਆਪਾਂ ਰਿਐਕਸ਼ਨ ਕਰਾ ਦਿੰਦੇ ਹਾਂ, ਮੈਨੇ ਸਟੇਬਲ ਲੈ ਕੇ ਬੈਲੈਂਸ ਕਰਕੇ ਰਿਐਕਸ਼ਨ ਲਿਖ ਦਿਆ 3 ਆਕਸੀਜਨ ਨਾਲ, ਏਅਰ ਦਾ ਮਤਲਬ ਕੀ ਹੈ ਆਕਸੀਜਨ ਨਾਲ ਰਿਐਕਸ਼ਨ, ਤਾਂ ਆਪਣੇ ਕੋਲ ਕਿਸ ਦੀ ਫੋਰਮੇਸ਼ਨ ਹੋ ਜਾਂਦੀ ਹੈ, B2O3 ਦੀ। B2O3 ਦੀ ਕੀ ਹੋ ਜਾਂਦੀ ਹੈ ਆਪਣੇ ਕੋਲ, ਫੋਰਮੇਸ਼ਨ ਹੋ ਜਾਂਦੀ ਹੈ। ਦੇਖੋ ਅਗਰ ਆਪਾਂ ਗੱਲ ਕਰੀਏ ਇਹ ਜੋ ਬੋਰੋਨ ਆਪਾਂ ਕੀ ਕੀਤਾ, ਰਿਐਕਟ ਕਰਾਇਆ ਏਅਰ ਦੇ ਨਾਲ, ਹੀਟ ਕੀਤਾ ਏਅਰ ਦੇ ਵਿੱਚ, ਇਹ ਕਿਹੜਾ ਬੋਰੋਨ ਹੋਊਗਾ, ਅਮੋਰਫਸ ਬੋਰੋਨ ਹੋਏਗਾ। ਕਿਹੜੇ ਵਾਲਾ ਬੋਰੋਨ ਹੋਊਗਾ, ਅਮਰਫਸ ਬੋਰੋਨ ਹੋਊਗਾ, ਜਿਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਹੀਟ ਕਰਨ ਤੇ ਆਪਣੇ ਕੋਲ ਕੀ ਬਣ ਗਿਆ, ਬੋਰੋਨ ਆਕਸਾਈਡ ਬਣ ਗਿਆ। ਇਸ ਤੋਂ ਇਲਾਵਾ ਐਲੂਮੀਨੀਅਮ ਨੂੰ ਜਦੋਂ ਆਪਾਂ ਕੀ ਕਰਵਾਵਾਂਗੇ, ਰਿਐਕਟ ਕਰਾਵਾਂਗੇ ਆਕਸੀਜਨ ਨਾਲ, ਤਾਂ ਆਪਣੇ ਕੋਲ ਕੀ ਬਣ ਜੂ, Al2O3 ਮੀਨਸ ਐਲੂਮੀਨੀਅਮ ਆਕਸਾਈਡ, ਜੋ ਕੀ ਕਰਦੀ ਹੈ ਬਹੁਤ ਥਿਨ ਆਕਸਾਈਡ ਲੇਅਰ ਬਣਾ ਲੈਂਦੀ ਹੈ, ਪ੍ਰੋਟੈਕਟਿੰਗ ਲੇਅਰ ਬਣਾ ਲੈਂਦੀ ਹੈ ਕਿਸ ਸਰਫੇਸ ਤੇ, ਮੈਟਲ ਤੇ। ਮੈਟਲ ਤੇ ਕੀ ਕਰਦੀ ਹੈ, ਇੱਕ ਪ੍ਰੋਟੈਕਟਿੰਗ ਲੇਅਰ ਬਣਾ ਲੈਂਦੀ ਹੈ।
ਕਿਸ ਤੋਂ ਬਚਾਉਣ ਦੇ ਲਈ, ਜੋ ਮਤਲਬ ਕੋਈ ਵੀ ਇਹਦੇ ਤੇ ਮੈਟਲ ਤੇ ਅਟੈਕ ਨਾ ਕਰ ਸਕੇ, ਮੀਨਸ ਜਿਵੇਂ ਰਸਟ ਨਾ ਲੱਗ ਸਕੇ। ਇਸ ਤਰ੍ਹਾਂ ਨਾਲ ਕੀ ਹੈ, ਮੈਟਲ ਤੇ ਇੱਕ ਲੇਅਰ ਬਣ ਜਾਂਦੀ ਹੈ। ਠੀਕ ਹੈ ਜੀ, ਜਦੋਂ ਐਲੂਮੀਨੀਅਮ ਕਿਹਦੇ ਨਾਲ ਰਿਐਕਟ ਕਰਦੇ ਆ, ਆਕਸੀਜਨ ਦੇ ਨਾਲ ਰਿਐਕਟ ਕਰਦੇ ਆ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਅਗਰ ਇਹਨੂੰ ਲਿਖਿਆ ਜਾਵੇ ਤਾਂ ਫੁੱਲ ਕਿਵੇਂ ਲਿਖਿਆ ਜਾਓ, ਕੋਈ ਵੀ ਮੈਟਲ ਨੂੰ ਜਦੋਂ ਤੁਸੀਂ 3 ਮੋਲੀਕਿਊਲ ਆਫ ਆਕਸੀਜਨ ਨਾਲ ਰਿਐਕਟ ਕਰਾਓਗੇ, ਤੁਹਾਡੇ ਕੋਲ ਕੀ ਬਣ ਜਾਊਗਾ, 2 ਮੈਟਲ ਦੇ M2O3। ਇਹ ਤੁਹਾਡੇ ਕੋਲ ਕੀ ਹੈ, ਜਨਰਲ ਅਗਰ ਆਪਾਂ ਗੱਲ ਕਰੀਏ ਵੈਲਿਊ ਹੈ, ਜਨਰਲ ਕੀ ਹੈ, ਰਿਐਕਸ਼ਨ ਹੈ ਕਿੱਦਾਂ ਹੋਏਗੀ ਏਅਰ ਦੇ ਨਾਲ। ਤੇ ਸਾਰੇ ਕੀ ਹੈ, ਇਸ ਤਰ੍ਹਾਂ ਨਾਲ ਕੀ ਹੈ, ਫਾਰਮ ਕਰ ਲੈਣਗੇ, ਆਪਣੇ ਆਪਣੇ ਕੰਪੋਨੈਂਟਸ ਬਣਾ ਲੈਣਗੇ। ਹੁਣ ਅਗਰ ਮੈਂ ਗੱਲ ਕਰਾਂ, ਦੇਖੋ ਜੋ B2O3 ਹੈ, ਇਹ ਤਾਂ ਹੁੰਦਾ ਐਸਿਡਿਕ ਨੇਚਰ ਦਾ। ਕਿਸ ਨੇਚਰ ਦਾ ਹੁੰਦਾ, ਐਸਿਡਿਕ ਨੇਚਰ ਦਾ। ਅਗਰ ਮੈਂ ਗੱਲ ਕਰਾਂ ਐਲੂਮੀਨੀਅਮ, ਗੈਲੀਅਮ, ਇਹ ਆਪਣੇ ਕੋਲ ਹੁੰਦੇ ਨੇ ਐਮਫੋਟੈਰਿਕ ਨੇਚਰ ਦੇ। ਕਿਸ ਤਰ੍ਹਾਂ ਦੇ, ਐਮਫੋਟੈਰਿਕ, ਐਮਫੋਟੈਰਿਕ ਜੋ ਨਾ ਐਸਿਡ ਹੋਣ ਨਾ ਬੇਸ ਹੋਣ। ਅਗਰ ਮੈਂ ਗੱਲ ਕਰਾਂ ਇੰਡੀਅਮ ਐਂਡ ਥੇਲੀਅਮ ਦੀ, ਇੰਡੀਅਮ ਐਂਡ ਥੇਲੀਅਮ ਇੱਥੇ ਆਈ ਆਏਗਾ। ਇਹ ਕੀ ਹੁੰਦੇ ਆਪਣੇ ਕੋਲ, ਬੇਸਿਕ ਨੇਚਰ ਦੇ ਹੁੰਦੇ ਆ ਆਕਸਾਈਡਸ। ਇਹ ਆਪਣੇ ਕੋਲ ਕਿਹੜੇ ਆਕਸਾਈਡਸ ਹੁੰਦੇ ਆ, ਬੇਸਿਕ ਆਕਸਾਈਡਸ ਹੁੰਦੇ ਆ। ਕਲੀਅਰ, ਆਈ ਹੋਪ ਤੁਹਾਨੂੰ ਰਿਐਕਸ਼ਨ ਕਲੀਅਰ ਹੋ ਚੁੱਕੀ ਹੋਏਗੀ, ਕਿਸ ਦੇ ਨਾਲ, ਏਅਰ ਦੇ ਨਾਲ। ਨੈਕਸਟ ਆਪਾਂ ਗੱਲ ਕਰਾਂਗੇ ਰਿਐਕਸ਼ਨ ਵਿਦ ਐਸਿਡਸ, ਜਦੋਂ ਐਸਿਡਸ ਦੇ ਨਾਲ ਕੀ ਹੁੰਦੀ ਹੈ, ਰਿਐਕਸ਼ਨ ਹੁੰਦੀ ਹੈ। ਨੈਕਸਟ ਆਪਾਂ ਕੈਮੀਕਲ ਪ੍ਰੋਪਰਟੀ ਕਰਾਂਗੇ, ਰਿਐਕਸ਼ਨ ਵਿਦ ਐਸਿਡ। ਐਸਿਡਸ ਦੇ ਨਾਲ ਜਦੋਂ ਕੀ ਹੁੰਦੀ ਹੈ, ਰਿਐਕਸ਼ਨ ਹੁੰਦੀ ਹੈ। ਦੇਖੋ ਅਗਰ ਮੈਂ ਗੱਲ ਕਰਾਂ ਜਨਰਲੀ ਜੋ ਆਕਸੀਡਾਈਜ਼ਿੰਗ ਐਸਿਡਸ ਨੇ, ਜੋ ਕੀ ਕੰਟੇਨ ਕਰਦੇ ਨੇ, ਆਕਸੀਜਨ, ਉਹਨਾਂ ਦੀ ਜੋ ਸਟਰਕਚਰ ਹੁੰਦੀ ਹੈ ਅਨਾਇਨਿਕ ਹੁੰਦੀ ਹੈ। ਅਨਾਇਨਿਕ ਸਟਰਕਚਰ ਕੀ ਕਰ ਦਿੰਦੇ ਨੇ, ਫਾਰਮੇਸ਼ਨ ਕਰ ਦਿੰਦੇ ਆ। ਦੋ ਤਰ੍ਹਾਂ ਦੇ ਐਸਿਡਸ ਹੁੰਦੇ ਆ ਇਸ ਦੇ ਵਿੱਚ, ਇੱਕ ਤਾਂ ਹੁੰਦੇ ਨੇ ਆਕਸੀਡਾਈਜ਼ਿੰਗ ਐਸਿਡ, ਇੱਕ ਹੁੰਦੇ ਆ ਆਪਣੇ ਕੋਲ ਨੋਨ ਆਕਸੀਡਾਈਜ਼ਿੰਗ। ਆਕਸੀਡਾਈਜ਼ਿੰਗ ਐਸਿਡਸ ਉਹ ਹੁੰਦੇ ਨੇ, ਉਹ ਐਸਿਡਸ ਜਿਨ੍ਹਾਂ ਕੋਲ ਕੀ ਹੈ, ਆਕਸੀਡਾਈਜ਼ਿੰਗ ਏਜੰਟ ਹੈ। ਉਹ ਐਸਿਡਸ ਜਿਨ੍ਹਾਂ ਕੋਲ ਕੀ ਹੈ, ਆਕਸੀਡਾਈਜ਼ਿੰਗ ਏਜੰਟ ਹੈ। ਤੇ ਨੋਨ ਆਕਸੀਡਾਈਜ਼ਿੰਗ ਹੁਣੇ ਤਾਂ ਕਲੀਅਰ ਹੀ ਹੋ ਰਿਹਾ, ਜਿਨ੍ਹਾਂ ਕੋਲ ਕੀ ਹੈ, ਆਕਸੀਡਾਈਜ਼ਿੰਗ ਏਜੰਟ ਪ੍ਰੈਜ਼ੈਂਟ ਨਹੀਂ ਹੈ। ਆਕਸੀਡਾਈਜ਼ਿੰਗ ਏਜੰਟ ਪ੍ਰੈਜ਼ੈਂਟ ਨਹੀਂ ਹੈ, ਉਹਨਾਂ ਨੂੰ ਨੋਨ ਆਕਸੀਡਾਈਜ਼ਿੰਗ ਕਵਾਂਗੇ। ਜਨਰਲੀ ਜਿਹੜੇ ਆਕਸੀਡਾਈਜ਼ਿੰਗ ਐਸਿਡਸ ਹੁੰਦੇ ਆ, ਉਹ ਕੀ ਕੰਟੇਨ ਕਰਦੇ ਆ, ਆਕਸੀਜਨ। ਕੀ ਕੰਟੇਨ ਕਰਦੇ ਆ, ਆਕਸੀਜਨ ਨੂੰ ਕੰਟੇਨ ਕਰਨਗੇ, ਜਿਨ੍ਹਾਂ ਨਾਲ ਇਹਨਾਂ ਦੀ ਕੀ ਸਟਰਕਚਰ ਬਣੇਗੀ, ਅਨਾਇਨਿਕ ਸਟਰਕਚਰ ਬਣੇਗੀ। ਆਈ ਹੋਪ ਤੁਹਾਨੂੰ ਹੁਣ ਕਲੀਅਰ ਹੋ ਚੁੱਕਿਆ। ਦੇਖੋ ਅਗਰ ਮੈਂ ਗੱਲ ਕਰਾਂ ਐਸਿਡਸ ਜਿਹੜੇ ਕੀ ਨੇ, ਅਗਰ ਆਪਾਂ ਗੱਲ ਕਰੀਏ ਆਕਸੀਡਾਈਜ਼ਿੰਗ ਏਜੰਟਸ ਨੇ, ਜਿਵੇਂ HNO3, ਕਲੀਅਰ, ਨਾਈਟ੍ਰਿਕ ਐਸਿਡ ਹੋ ਗਿਆ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਕੌਨਸਨਟ੍ਰੇਟਡ H2SO4, ਇਹ ਸਾਰੇ ਕੀ ਨੇ, ਜਿਨ੍ਹਾਂ ਦੇ ਵਿੱਚ ਕੀ ਹੈ, ਆਕਸੀਡਾਈਜ਼ਿੰਗ ਏਜੰਟਸ ਪ੍ਰੈਜ਼ੈਂਟ ਹੈ। ਉਹ ਆਕਸੀਡਾਈਜ਼ਿੰਗ ਐਸਿਡਸ ਵੀ ਕਹਿ ਸਕਦੇ ਹੋ। ਜਿਨ੍ਹਾਂ ਦੇ ਵਿੱਚ ਆਕਸੀਡਾਈਜ਼ਿੰਗ ਐਸਿਡਸ ਨਹੀਂ ਹੈਗੇ, ਉਹ ਕਿਹੜੇ ਆ ਆਪਣੇ ਕੋਲ, ਜਿਵੇਂ ਅਗਰ ਆਪਾਂ ਗੱਲ ਕਰ ਲਈਏ HCl, ਇਹਨਾਂ ਕੋਲ ਨਹੀਂ ਆਕਸੀਜਨ ਪ੍ਰੈਜ਼ੈਂਟ। ਕਲੀਅਰ, ਇਸ ਤੋਂ ਇਲਾਵਾ ਜਿਵੇਂ ਕੋਈ ਵੀ ਲੈ ਲਓ, ਹਾਈਡਰੋਜਨ ਬ੍ਰੋਮਿਕ ਐਸਿਡ, ਹਾਈਡਰੋਜਨ ਫਲੋਰਿਕ ਐਸਿਡ, ਇਹ ਸਾਰੇ ਇਹਨਾਂ ਦੇ ਵਿੱਚ ਦੇਖੋ ਆਕਸੀਜਨ ਪ੍ਰੈਜ਼ੈਂਟ ਨਹੀਂ ਹੈਗੀ ਨਾ, ਤਾਂ ਇਹ ਸਾਰੇ ਆਪਣੇ ਕੋਲ ਕੀ ਨੇ, ਨੋਨ ਆਕਸੀਡਾਈਜ਼ਿੰਗ ਐਸਿਡਸ ਨੇ। ਕਲੀਅਰ, ਆਈ ਹੋਪ ਤੁਹਾਨੂੰ ਇਹ ਵੀ ਕਲੀਅਰ ਹੋ ਚੁੱਕਿਆ। ਹੁਣ ਦੇਖੋ ਅਗਰ ਮੈਂ ਕਿਸੇ ਦੀ ਵੀ ਰਿਐਕਸ਼ਨ ਕਰਵਾ ਦਿੰਦੀ ਹਾਂ ਤਾਂ ਆਪਣੇ ਕੋਲ ਕੀ ਫਾਰਮਸ ਹੋ ਜਾਂਦੇ ਨੇ, ਇਹਨਾਂ ਦੇ ਵਿੱਚ ਆਇਨਸ ਫਾਰਮ ਕਰਦੇ ਨੇ। ਮੀਨਸ ਜੋ ਇਹ ਨੇ ਐਸਿਡਸ ਨਾਲ ਜਦੋਂ ਇਹਨਾਂ ਨਾਲ ਰਿਐਕਟ ਕਰਾਵਾਂਗੇ ਆਪਾਂ ਕਿਸੇ ਵੀ ਐਲੀਮੈਂਟ ਨੂੰ, ਤਾਂ ਇਹ ਕੀ ਫਾਰਮ ਕਰਦੇ ਨੇ, ਆਇਨਸ ਦੀ ਫਾਰਮੇਸ਼ਨ ਕਰਵਾਉਂਦੇ ਆ। ਕਲੀਅਰ ਹੈ ਜੀ, ਆਈ ਹੋਪ ਤੁਹਾਨੂੰ ਇਹ ਕਨਸੈਪਟਸ ਕਲੀਅਰ ਹੋ ਚੁੱਕੇ ਹਨ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਦੀ, ਨੈਕਸਟ ਜੋ ਆਪਣਾ ਪ੍ਰੋਪਰਟੀ ਹੈ, ਥਰਡ ਹੈ ਆਪਣੇ ਕੋਲ ਪ੍ਰੋਪਰਟੀ ਹੈਲੋਜਨ ਨਾਲ ਰਿਐਕਸ਼ਨ, ਰਿਐਕਸ਼ਨ ਵਿਦ ਹੈਲੋਜਨ। ਜਦੋਂ ਕੋਈ ਵੀ ਆਪਣੇ ਕੋਲ 13 ਗਰੁੱਪ ਦਾ ਐਲੀਮੈਂਟ ਰਿਐਕਟ ਕਰਦਾ ਕਿਸ ਨਾਲ, ਹੈਲੋਜਨ ਨਾਲ ਰਿਐਕਟ ਕਰਦਾ, ਤਾਂ ਉਹ ਕੀ ਫਾਰਮ ਕਰਦਾ, ਟਰਾਈ ਹੈਲਾਈਡਸ ਫਾਰਮੇਸ਼ਨ ਕਰਵਾ ਦਿੰਦਾ। ਕੀ ਫਾਰਮ ਕਰਵਾ ਦਿੰਦਾ, ਟਰਾਈ ਹੈਲਾਈਡਸ। ਜਿਵੇਂ ਕੋਈ ਮੈਟਲ ਹੈ, ਅਗਰ ਆਪਾਂ ਗੱਲ ਕਰੀਏ ਕੋਈ ਵੀ ਮੈਟਲ ਨੇ, ਜਦੋਂ ਇਹ 3 ਮੋਲੀਕਿਊਲ ਆਫ ਹੈਲੋਜਨ ਨਾਲ ਰਿਐਕਟ ਕਰਦੇ ਆ ਤਾਂ ਆਪਣੇ ਕੋਲ ਕੀ ਬਣਾਉਂਦੇ, ਟਰਾਈ ਹੈਲਾਈਡਸ ਬਣਾ ਦਿੰਦੇ ਆ। ਇਹ ਆਪਣੇ ਕੋਲ ਕੀ ਬਣ ਜਾਣਗੇ, ਟਰਾਈ ਹੈਲਾਈਡਸ ਦੀ ਫਾਰਮੇਸ਼ਨ ਕਰ ਦਿੰਦੇ ਆ। ਜਿਵੇਂ ਹੁਣ ਐਗਜ਼ਾਮਪਲ ਦੀ ਗੱਲ ਕਰਾਂ, ਆਪਾਂ ਨੇ ਬੋਰੋਨ ਨੂੰ ਹੈਲੋਜਨ ਨਾਲ ਰਿਐਕਟ ਕਰਾਤਾ ਤਾਂ ਆਪਣੇ ਕੋਲ ਕੀ ਬਣ ਜਾਏਗਾ, 2BX3। X ਦਾ ਮਤਲਬ ਕੀ ਹੈ, ਕੋਈ ਵੀ ਹੈਲੋਜਨ ਹੈ। ਜੋ ਬੋਰੋਨ ਹੈ ਟਰਾਈ ਹੈਲਾਈਡਸ ਬਣਾ ਰਿਹਾ, ਇਹ ਕਿਸ ਨੇਚਰ ਦਾ ਹੋਏਗਾ, ਕੋਵਲੈਂਟ ਨੇਚਰ ਦਾ ਹੋਏਗਾ। ਕਿਸ ਨੇਚਰ ਦਾ ਹੋਏਗਾ ਇਹ,
ਕੋਵਲੈਂਟ ਨੇਚਰ ਦਾ ਹੋਏਗਾ ਜੋ ਬੋਰੋਨ ਬਣਾ ਰਿਹਾ। ਓਨਲੀ ਮੈਂ ਬੋਰੋਨ ਦੀ ਗੱਲ ਕੀਤੀ ਹੈ। ਬੋਰੋਨ ਟ੍ਰਾਈਹਲਾਈਡਸ ਦੀ ਅਗਰ ਆਪਾਂ ਗੱਲ ਕਰੀਏ, ਦੇਖੋ ਬੋਰੋਨ ਨੂੰ ਅਗਰ ਮੈਂ ਕਲੋਰੀਨ ਨਾਲ ਰਿਐਕਟ ਕਰਾਵਾਂ ਇਸ ਤਰ੍ਹਾਂ ਨਾਲ ਸਟਰਕਚਰ ਬਣੇਗੀ। ਕਲੀਅਰ। ਵਿੱਚ ਮੈंने ਕੀ ਬਣਾਤਾ NH3 ਅਮੋਨੀਆ ਐਡ ਕਰਤਾ ਤਾਂ ਆਪਣੇ ਕੋਲ ਕੀ ਬਣ ਗਿਆ, ਕਿੱਦਾਂ ਬਣ ਜਾਏਗੀ ਇਸ ਦੀ BCl ਟੈਟਰਾਹਾਈਡਰਲ ਸਟਰਕਚਰ ਬਣ ਜਾਏਗੀ। ਉੱਪਰ ਕੀ ਲੱਗ ਜਾਏਗਾ NH3। ਇਸ ਦਾ ਮਤਲਬ ਕੀ ਹੈ, ਬੋਰੋਨ ਕਿਸ ਦੀ ਤਰ੍ਹਾਂ ਕੀ ਐਕਟ ਕਰਦਾ ਹੈ, ਲੂਇਸ ਐਸਿਡ ਦੀ ਤਰ੍ਹਾਂ ਐਕਟ ਕਰਦਾ ਹੈ, ਕਿਉਂਕਿ ਇਸਨੇ ਕੀ ਹੈ ਇਲੈਕਟ੍ਰੋਨ ਨੂੰ ਕੀ ਕਰਨਾ ਹੈ ਅਸੈਪਟ ਕਰਨਾ ਹੈ। ਇਸ ਲਈ ਇਹ ਕਿਸ ਦੀ ਤਰ੍ਹਾਂ ਐਕਟ ਕਰੇਗਾ, ਲੂਇਸ ਐਸਿਡ ਦੀ ਤਰ੍ਹਾਂ ਐਕਟ ਕਰੇਗਾ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਇਹ ਕੰਸੈਪਟ ਵੀ। ਅਗਰ ਸਿਮਿਲਰਲੀ ਤੁਸੀਂ AlCl3 ਲੈ ਕੇ ਦੇਖ ਸਕਦੇ ਹੋ, ਇਸ ਦੇ ਵਿੱਚ ਵੀ ਕੀ ਹੋਏਗਾ, ਡਾਈਮਰ ਦੀ ਮਤਲਬ ਕਿਸ ਤਰ੍ਹਾਂ ਫਾਰਮ ਕਰੇਗਾ, ਜਿੱਦਾਂ ਡਾਈਮਰਸ ਫਾਰਮ ਹੁੰਦੇ। ਅਗਰ ਮੈਂ ਐਲੂਮੀਨੀਅਮ ਦੀ ਗੱਲ ਕਰਾਂ, AlCl3 ਐਲੂਮੀਨੀਅਮ, ਇੱਧਰ ਕਲੋਰੀਨ ਲੱਗ ਜਾਏਗਾ। ਫਿਰ ਅਗਰ ਆਪਾਂ ਗੱਲ ਕਰੀਏ Cl ਦੈਨ ਇਹਨਾਂ ਦੀ ਬੌਂਡਿੰਗ ਹੋ ਜਾਏਗੀ ਐਲੂਮੀਨੀਅਮ ਨਾਲ, ਫਿਰ ਕਲੋਰੀਨ। ਇਸ ਤਰ੍ਹਾਂ ਨਾਲ ਕੀ ਹੈ ਡਾਈਮਰ ਕੀ ਹੈ ਫਾਰਮੇਸ਼ਨ ਕਰਵਾ ਦਿੰਦੇ ਆ। ਨੈਕਸਟ ਆਪਾਂ ਗੱਲ ਕਰਾਂਗੇ, ਆਈ ਹੋਪ ਤੁਹਾਨੂੰ ਪ੍ਰੋਪਰਟੀਜ਼ ਕਲੀਅਰ ਹੋ ਚੁੱਕੀਆਂ। ਨੈਕਸਟ ਆਪਾਂ ਗੱਲ ਕਰਾਂਗੇ ਡਾਇਗਨਲ ਰਿਲੇਸ਼ਨਸ਼ਿਪ ਦੀ। ਨੈਕਸਟ ਦੇਖੋ ਆਪਣੇ ਕੋਲ ਕੀ ਹੈ ਡਾਇਗਨਲ ਰਿਲੇਸ਼ਨਸ਼ਿਪ। ਡਾਇਗਨਲ ਰਿਲੇਸ਼ਨਸ਼ਿਪ ਦੇਖੋ, ਅਗਰ ਮੈਂ ਗੱਲ ਕਰਾਂ ਡਾਇਗਨਲ ਰਿਲੇਸ਼ਨਸ਼ਿਪ ਦੀ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ। ਜੋ ਬੋਰੋਨ ਹੈ ਇਹ ਕਿਸ ਨਾਲ ਆਪਣਾ ਡਾਇਗਨਲ ਰਿਲੇਸ਼ਨਸ਼ਿਪ ਦਿਖਾਉਂਦਾ ਹੈ, ਸਿਲੀਕੋਨ ਨਾਲ। ਠੀਕ ਹੈ ਜੀ, ਮਤਲਬ ਬੋਰੋਨ ਤੇ ਸਿਲੀਕੋਨ ਦੀਆਂ ਕੁਝ ਪ੍ਰੋਪਰਟੀਜ਼ ਕੀ ਨੇ, ਸੇਮ ਨੇ। ਉਹਨਾਂ ਨੂੰ ਡਿਸਕਸ ਕਰਾਂਗੇ ਕਿ ਕਿਹੜੀਆਂ ਪ੍ਰੋਪਰਟੀਜ਼ ਨੇ ਜੋ ਬੋਰੋਨ ਐਂਡ ਸਿਲੀਕੋਨ ਦੀਆਂ ਸੇਮ ਪ੍ਰੋਪਰਟੀਜ਼ ਨੇ, ਉਹਨਾਂ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ, ਜੋ ਦੋਨੋਂ ਨੇ ਮੀਨਸ ਬੋਰੋਨ ਐਂਡ ਸਿਲੀਕॉन्स बोथ आर की ने अपने को नॉन मैटल्स ने, बोथ अपने को की ने नॉन मैटल्स ने। क्लियर। बोथ दा जो मेल्टिंग पॉइंट है एंड बॉइलिंग पॉइंट है वो की हुंदा हाई। बोथ दा जो मेल्टिंग पॉइंट है एंड बॉइलिंग पॉइंट है ये की हुंदा हाई हुंदा जो इन्हां दे बाकी ग्रुप दे एलीमेंट्स ने उन्हां नालों। हुण मेल्टिंग पॉइंट ते बॉइलिंग पॉइंट हाई है तो इन्हां दी डेंसिटी भी की हो जाएगी हाई। हाई की है इन्हां दी डेंसिटी, हाई डेंसिटी भी है। नैक्सट अगर मैं प्रॉपर्टी की गल करा, बोथ की फॉर्म करते हैं कोवलेंट बॉन्ड। बोथ फॉर्म ओनली कोवलेंट बॉन्ड, बोथ की फॉर्म करते हैं ओनली कोवलेंट बॉन्ड फॉर्म करते हैं। इस तो इलावा अगर मैं गल करा जो इन्हां दे बोथ किस नेचर च एग्जिस्ट करते हैं, मेनली जो ये एग्जिस्ट करते हैं एमोरफस एंड क्रिस्टलाइन स्टेट दे विच की करते हैं एग्जिस्ट करते हैं दोनों, मीनस बोरॉन भी एंड सिलिकॉन भी। क्लीयर। आई होप तुहानूं डायगनल रिलेशनशिप की इन्हां दोनों का क्लीयर हो चुके हैं तो कोई भी डाउट नहीं होएगा। इन्हां दे जो ऑक्साइड्स हुंदे ने वो किस नेचर दे हुंदे ने, एसिडिक नेचर दे हुंदे हैं। जो इन्हां दे ऑक्साइड्स हुंदे हैं वो एसिडिक नेचर दे हुंदे हैं, ये भी तुहानूं पॉइंट याद रखना है। नैक्सट इज द 13 ग्रुप द लास्ट टॉपिक, एनोमलस बिहेवियर। एनोमलस बिहेवियर ऑफ बोरोन, मतलब जो बोरोन है वो डिफरेंट बिहेवियर शो करता है, उसके पॉइंट्स लिखांगे। सब तो पहला जो बोरोन है इसका की है स्मॉलेस्ट साइज है, बोरोन का की है स्मॉलेस्ट साइज है। जो ये बाकी एलीमेंट्स हैं ग्रुप 13 के उन्होंने नालों सब तो छोटा साइज किसका है, बोरोन का। इस तो इलावा अगर मैं गल करा इस दे विच डी ऑर्बिटल की हुंदा अपने कोल एबसेंट, बोरोन दे विच डी ऑर्बिटल की हुंदा अपने कोल एबसेंट हुंदा, इहदे विच नहीं हुंदा। बाकियां दे विच आपां कॉन्फिगरेशन लिखी सी की हुंदा प्रेजेंट हुंदा। इस तो इलावा अगर मैं थर्ड पॉइंट की गल करा, थर्ड है अपने कोल इस दे जदों हैलाइड्स ने बोरोन दे वो किस दे विच एग्जिस्ट करते हैं, मोनोमर फॉर्म दे विच की करते हैं एग्जिस्ट करते हैं। बाकियां दे डायमर हुंदे हैं बट इहदे की हुंदे हैं मोनोमर हुंदे हैं। इस तो इलावा अगर मैं गल करा जो बोरोन दा फोर्थ पॉइंट है, बोरोन दा हैलाइड है वो अपने कोल अगर आप गल करिए, सॉरी हैलाइड तो हो गया, ऑक्साइड की गल करिए। बोरोन का जो ऑक्साइड है वो किस नेचर का हुंदा, एसिडिक नेचर का हुंदा। किस नेचर का हुंदा, एसिडिक नेचर का हुंदा। आई होप तुहानूं 13 ग्रुप क्लीयर हो चुके हैं। अगर तुहानूं कोई डाउट होया तो तुसी कमेंट करके पूछ सकते हो। फीडबैक देना ना भुल्लियो, फीडबैक जरूर दईओ। वीडियो नूं लाइक कर दियो, शेयर कर दियो अपने फ्रेंड्स के नाल।
ਅਗਰ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਿਓ ਅਗਰ ਤੁਹਾਨੂੰ PDFs ਵਗੈਰਾ ਦੀ ਜ਼ਰੂਰਤ ਹੈ। ਥੈਂਕ ਯੂ ਸੋ ਮਚ।